ਜੀ अस्सलाम वालेकुम। मैं नज़र अब्बास लंदन ਤੋਂ ਸਰ ਜੋ ਕੁਝ ਅੱਜ ਕੱਲ੍ਹ ਪਾਕਿਸਤਾਨ ਦੇ ਹਾਲਾਤ ਬਣੇ ਆ ਜਿਸ ਤਰ੍ਹਾਂ ਓਵਰਸੀਜ਼ ਪਾਕਿਸਤਾਨੀ ਬਾਹਰ ਬੈਠੇ ਜੇ ਲੋਕ ਜ਼ੋਰ ਜ਼ੋਰ ਆਪਣਾ ਲਾ ਰਹੇ ਆ ਕਿ ਪਾਕਿਸਤਾਨ ਦੇ ਵਿੱਚ ਹਾਲਾਤ ਤਬਦੀਲ ਹੋ ਜਾਣ। ਉਹ ਆਪਣਾ ਟਿੱਲ ਮਾਰੀ ਬੈਠੇ ਆ। ਇੱਥੇ ਉਹਨਾਂ ਨੇ ਮੋਹਸਿਨ ਨਕਵੀ ਅਮਰੀਕਾ ਘੱਲਿਆ ਜਾਂ ਗਿਆ ਜਾਂ ਜਿੱਦਾਂ ਵੀ ਹੈ ਉਹ ਆਪਣਾ ਟਿੱਲ ਮਾਰੀ ਬੈਠਾ। ਤੇ ਸੂਰਤ ਹਾਲ ਕਿਸ ਤਰ੍ਹਾਂ ਸਰ ਪੋਜੀਸ਼ਨ ਇਹ ਹੈ ਕਿ ਇਹਨਾਂ ਨੇ ਆਪਣਾ ਵਰਜਨ ਆ, ਇਹ ਆਪਣੀ ਇੱਕ ਸਟੋਰੀ ਲੈ ਕੇ ਬੈਠੇ ਆ ਤੇ ਬਾਹਰਲੇ ਆਪਣੀ ਇੱਕ ਸਟੋਰੀ ਲੈ ਕੇ ਬੈਠੇ ਆ ਔਰ ਉਹਨੂੰ ਹੁਣ ਕਿਸ ਤਰ੍ਹਾਂ ਸਮਝਾਉਣਾ, ਕਿਸ ਤਰ੍ਹਾਂ ਕਾਇਲ ਕਰਨਾ ਇਹ ਸਿਚੁਏਸ਼ਨ। ਹੁਣ ਸਿਚੁਏਸ਼ਨ ਇਹ ਹੈ ਕਿ ਪਾਕਿਸਤਾਨ ਨੇ ਬੜਾ ਜ਼ੋਰ ਲਾਇਆ ਬਾਹਰ ਬੈਠਿਆਂ ਨੇ, ਅਮਰੀਕਾ ਤੇ ਖਾਸ ਤੌਰ ਦੇ ਉੱਤੇ। ਉਹਨਾਂ ਨੇ ਪਾਰਲੀਮੈਂਟ ਦੇ ਵਿੱਚੋਂ ਵੀ ਕਰਾਰਦਾਦ ਮਨਜ਼ੂਰ ਕਰਾ ਲਈ। ਅਮਰੀਕਾ ਦੀ ਜਿਹੜੀ ਪਾਰਲੀਮੈਂਟ ਸੀ, ਸੈਨੇਟ ਜਿਹਨੂੰ ਕਹਿੰਦੇ ਆ ਅਸੀਂ ਜਾਂ ਕਾਂਗਰਸ ਜਿਹਨੂੰ ਅਸੀਂ ਕਹਿੰਦੇ, ਉੱਥੋਂ ਵੀ ਉਹਨਾਂ ਨੇ ਆਪਣੇ ਉੱਥੋਂ ਕਰਾਰਦਾਦ ਮਨਜ਼ੂਰ ਕਰਾ ਲਈ। ਫਿਰ ਇੱਥੇ ਇੰਗਲੈਂਡ ਦੇ ਵਿੱਚੋਂ ਵੀ ਇਹਨਾਂ ਨੇ ਜ਼ੁਲਫੀ ਬੁਖਾਰੀ ਵਗੈਰਾ ਨੇ ਜ਼ੋਰ ਮਾਰਿਆ। ਇਹਨਾਂ ਨੇ ਆਪਣਾ ਜਿੰਨਾ ਕੁ ਜ਼ੋਰ ਲੱਗਾ ਇਹਨਾਂ ਨੇ ਇੱਥੋਂ ਜ਼ੋਰ ਲਾਇਆ। ਇਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚੋਂ ਅਕਵਾਮ ਮੁਤਹਿਦਾ ਦੇ ਕੋਲੋਂ ਉਹਨਾਂ ਨੇ ਇੱਕ ਐਸੀ ਜਿਹੜੀ ਕਰਾਰਦਾਦ ਮਨਜ਼ੂਰ ਕਰਾਈ, ਬਲਕਿ ਇੱਕ ਫਾਈਂਡ ਤੋਂ ਉਹ ਨਤੀਜੇ ਤੇ ਪਹੁੰਚੇ ਕਿ ਇਮਰਾਨ ਖਾਨ ਨਾਲ ਜ਼ੁਲਮ ਜ਼ਿਆਦਤੀ ਹੋ ਰਹੀ, ਉਹ ਵੀ ਇੱਕ ਉਹਨਾਂ ਨੇ ਚੀਜ਼ ਉੱਥੋਂ ਕੱਢੀ। ਬਲਕਿ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਹਨਾਂ ਨੂੰ ਤੁਸੀਂ ਕੰਪਨਸੇਟ ਕਰੋ। ਕੰਪਨਸੇਟ ਦਾ ਮਤਲਬ ਇਹਨਾਂ ਹਰਜਾਨਾ ਭਰੋ। ਤੁਸੀਂ ਇਹਨਾਂ ਜ਼ੁਲਮ ਜ਼ਿਆਦਤੀ ਕੀਤੀ, ਇਮਰਾਨ ਖਾਨ ਨਾਲ ਜ਼ਿਆਦਤੀ ਹੋਈ ਤਾਂ ਹਰਜਾਨਾ ਭਰੋ। ਤੇ ਉਹ ਹੁਣ ਇਹ ਚੀਜ਼ਾਂ ਇਹਨਾਂ ਨੇ ਜ਼ੋਰ ਲਾਇਆ। ਇਹਨਾਂ ਨੇ ਇੱਥੇ ਬੈਠੇ ਬਾਹਰ ਬੈਠੇ ਲੋਕਾਂ ਨੇ, ਪਾਕਿਸਤਾਨੀਆਂ ਨੇ, ਜਿਹੜਾ ਜਿੱਥੇ ਬੈਠਾ ਜਿਹਦਾ ਜਿੰਨਾ ਜ਼ੋਰ ਲੱਗਾ ਉਹਨਾਂ ਨੇ, ਜਿੰਨਾ ਮੇਰਾ ਲੱਗਣ ਡਿਆ ਮੈਂ ਲਾਉਣ ਡਿਆ। ਇੱਦਾਂ ਦੇ ਮੇਰੇ ਨਾਲ ਦੇ ਬੇਸ਼ੁਮਾਰ ਨੇ ਜਿਨ੍ਹਾਂ ਦਾ ਬਹੁਤਾ ਹੱਥ ਪੈਂਦਾ ਬਹੁਤਾ ਜ਼ੋਰ ਲਾ ਲਿਆ। ਸ਼ਹਬਾਜ਼ ਗਿੱਲ ਹੈ, ਬਰਕੀ ਸਾਹਿਬ ਨੇ, ਬੇਸ਼ੁਮਾਰ ਬੰਦੇ ਨੇ, ਜ਼ੁਲਫੀ ਬੁਖਾਰੀ ਹੈ। ਤੇ ਇਹ ਸਾਰੇ ਆਪਣਾ ਆਪਣਾ ਕੰਮ ਕਰੀ ਜਾ ਰਹੇ ਨੇ ਬਾਹਰ ਬੈਠੇ। ਇਹਨਾਂ ਨੇ ਜਦੋਂ ਜ਼ੋਰ ਲਾ ਕੇ ਆਪਣੀ ਜਦੋਂ ਗੱਲ ਤੱਕ ਪਹੁੰਚਾਈ, ਹੁਣ ਇਹਨਾਂ ਨੇ ਇਹ ਕੀ ਕਰ ਰਹੇ ਨੇ, ਇਹ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਆ। ਇਹ ਜਿਹੜੀ ਹੁਕੂਮਤ ਹੈ ਇਹ ਇੱਕ ਪਾਸੇ ਮੁਜ਼ਾਕਰਾ ਦੀ ਗੱਲਾਂ ਕਰਨ ਦੇ ਨੇ, ਇੱਕ ਪਾਸੇ ਜਾਂਦੇ ਨੇ ਤੇ ਕਹਿੰਦੇ ਨੇ ਜੀ ਅਸੀਂ ਮੁਜ਼ਾਕਰਾਤ ਕਰਨੇ ਆ, ਗੱਲਬਾਤ ਕਰਨੇ ਆ। ਅਲੀ ਮੀਨ ਗੰਡਾਪੁਰ ਨੂੰ ਪੈਗਾਮ ਪਹੁੰਚਾਇਆ ਗਿਆ ਜੀ ਕਿ ਚਲੋ 6 ਮਹੀਨੇ ਦੇ ਵਿੱਚ ਹਾਲਾਤ ਸਿੱਧੇ ਕਰ ਦਿਆਂਗੇ। ਫਿਰ ਬਰਿਸਟਰ ਗੋਹਰ ਨੂੰ ਵੀ ਇਹੀ ਗੱਲ ਉਹਨਾਂ ਨੇ ਸੁਣਾਈ ਕਿ ਜੀ 4-6 ਮਹੀਨੇ 'ਚ ਹਾਲਾਤ ਬਿਹਤਰ ਕਰ ਦਿਆਂਗੇ। ਤੁਸੀਂ ਪਲੀਜ਼ ਇਦਾਂ ਕਰੋ ਕਿ ਇੰਝ ਨਾ ਕਰੋ, ਇਹਨੂੰ ਅਸੈਂਬਲੀ ਨੂੰ ਗਾਲਾਂ ਨਾ ਕੱਢੋ, ਜਰਨੈਲਾਂ ਨੂੰ ਕੁਛ ਨਾ ਕਹੋ, ਤੁਸੀਂ ਚਲੋ ਸਿਆਸਤਦਾਨਾਂ ਨੂੰ ਤੁਸੀਂ ਇਦਾਂ ਕਹਿ ਲਓ ਜਾਂ ਇਸ ਤਰ੍ਹਾਂ ਕਰਨਾ ਸੀ, ਕੌਮੀ ਹੁਕੂਮਤ ਬਣਾ ਲੈਣਾ। ਇਦਾਂ ਦੀਆਂ ਬੇਸ਼ੁਮਾਰ ਕਹਾਣੀਆਂ ਪਾਕਿਸਤਾਨ ਸੁਣਾ ਰਹੇ ਇਹਨਾਂ ਸਿਆਸਤਦਾਨਾਂ ਨੂੰ। ਬਾਹਰ ਜਾ ਕੇ ਕੀ ਕਰ ਰਹੇ ਆ? ਬਾਹਰ ਜਾ ਕੇ ਕਹਿ ਰਹੇ ਜੀ ਕਿ ਇਮਰਾਨ ਖਾਨ ਆ ਗਿਆ ਤੇ ਇਮਰਾਨ ਖਾਨ ਜਿਹੜਾ ਨਾ ਉਹ ਤੁਹਾਨੂੰ ਤਬਾਹ ਬਰਬਾਦ ਕਰ ਦੇਗਾ। ਇਮਰਾਨ ਖਾਨ ਅਮਰੀਕਾ ਨੂੰ ਖਤਮ ਕਰ ਦੇਗਾ, ਯੂਰਪ ਨੂੰ ਖਤਮ ਕਰ ਦੇਗਾ। ਇਮਰਾਨ ਖਾਨ ਇੱਕ ਟੈਰਰਿਸਟ ਹੈ, ਇਮਰਾਨ ਖਾਨ ਇੱਕ ਜ਼ਿੱਦੀ ਆਦਮੀ ਹੈ, ਇਮਰਾਨ ਖਾਨ ਨੂੰ ਕਾਬੂ ਕਰਨਾ ਬੜਾ ਮੁਸ਼ਕਲ ਹੈ। ਇਦਾਂ ਦੀ ਗੱਲਾਂ ਸੁਣਾਉਂਦੇ ਪਏ। ਇਹ ਜਾ ਕੇ ਉੱਥੇ ਸੁਣਾ ਰਹੇ ਜੀ ਅਸੀਂ ਬੜੇ ਚੰਗੇ ਹਾਂ, ਅਸੀਂ ਲੰਮੇ ਪਏ ਹਾਂ। ਉਹ ਵੀ ਬਹਿ ਕੇ ਦੇਖਦੇ ਨੇ ਕਿ ਉਹ ਵੀ ਜ਼ਾਹਿਰ ਗੋਰੇ ਸਾਡੇ ਕੋਲ ਮਾਚੀ ਦੇ ਪੁੱਤਰ ਤੇ ਨਹੀਂ। ਜਿਹੜੇ ਬਾਹਰ ਬੈਠੇ ਜਿਹੜੀ ਬਾਹਰ ਦੀਆਂ ਤਾਕਤਾਂ ਨੇ, ਅਸੀਂ ਇਹਨਾਂ ਨੂੰ ਹਮੇਸ਼ਾ ਗਾਲਾਂ ਕੱਢਦੇ ਆਏ। ਅਮਰੀਕਾ ਨੂੰ ਅਸੀਂ ਜੇ ਬੁਰਾ ਭਲਾ ਕਹਿ ਲਿਆ, ਯੂਰਪ ਨੂੰ ਬੁਰਾ ਭਲਾ ਕਹਿ ਲਿਆ, ਆਪਣੇ ਗੱਦਾਰ ਅਸੀਂ ਨਹੀਂ ਮਾਰ ਸਕੇ। ਸਾਡੇ ਅੰਦਰ ਹੀ ਗੱਦਾਰ ਹੈ, ਐਡਾ ਤਗੜਾ ਗੱਦਾਰ, ਐਡਾ ਮੋਟਾ ਗੱਦਾਰ ਬੈਠਾ ਹੈ ਕਿ ਅਸੀਂ ਉਹਦਾ ਕੁਝ ਨਹੀਂ ਕਰ ਸਕੇ। ਅਸੀਂ ਬਾਹਰਲੇ ਨੂੰ ਗਾਲਾਂ ਕੱਢਦੇ ਰਹੇ। ਮੇਰਾ ਖਿਆਲ ਅਸੀਂ ਆਪਣੇ ਅੰਦਰ ਦੇ ਗੱਦਾਰ ਮਾਰਨੇ ਸ਼ੁਰੂ ਕਰੀਏ ਫਿਲਹਾਲ। ਪਰ ਗੱਲ ਇਹ ਹੈ ਜੀ ਕਿ ਉਹ ਹੁਣ ਉੱਥੇ ਬਾਹਰ ਜਾ ਕੇ ਸਟੋਰੀਆਂ ਸੁਣਾ ਰਹੇ। ਇਹਨਾਂ ਨੇ ਹੁਣ ਨਕਵੀ ਸਾਹਿਬ ਜਿਹੜੇ ਨੇ, ਇਹ ਜਿਹੜੇ ਬਾਹਰ ਗਏ ਨੇ, ਇਹ ਹਰ ਜਗ੍ਹਾ ਤੇ ਜਾ ਕੇ ਇੱਕੋ ਗੱਲ ਸੁਣਾਈ ਜਾ ਰਹੀ ਜੀ ਇਮਰਾਨ ਖਾਨ ਅਗਰ ਆ ਗਿਆ ਨਾ ਤੇ ਇਮਰਾਨ ਖਾਨ ਠੀਕ ਨਹੀਂ ਹੈ। ਇਮਰਾਨ ਖਾਨ ਨਾਲ ਜਿਹੜੇ ਕੇਸਿਸ ਨੇ ਉਹ ਬਿਲਕੁਲ ਸੱਚੇ ਹੈ, ਉਹ ਬਿਲਕੁਲ ਠੀਕ ਕੇਸਿਸ ਨੇ। ਉਹ ਇਹ ਸਾਰੇ ਲੋਕੀ ਤੁਹਾਨੂੰ ਗਲਤ ਬਿਆਨੀਆਂ ਕਰ ਤੁਹਾਨੂੰ ਆ ਕੇ ਸੁਣਾਉਂਦੇ ਪਏ, ਤੁਹਾਨੂੰ ਗਲਤ ਗਾਈਡ ਕੀਤਾ ਜਾ ਰਿਹਾ। ਇਹ ਆਪਣਾ ਸਟੋਰੀ ਸੁਣਾ ਰਿਹਾ। ਉੱਥੇ ਜਿਹੜਾ ਇਮਰਾਨ ਖਾਨ ਨਾਲ ਜ਼ੁਲਮ ਜ਼ਿਆਦਤੀ ਹੋ ਰਹੀ ਹੈ ਬਿਲਕੁਲ ਠੀਕ ਹੋ ਰਹੀ ਹੈ ਤੇ ਉਹ ਇਸੇ ਕਾਬਲ ਆ ਕਿ ਉਹਨੂੰ ਜੇਲ੍ਹ 'ਚ ਰੱਖਿਆ ਜਾਏ। ਜਿੱਦਣ ਹੀ ਬਾਹਰ ਨਿਕਲਿਆ ਤੇ ਅਮਰੀਕਾ ਉੱਡ ਜਾਣਾ, ਫਰਾਂਸ ਉੱਡ ਜਾਣਾ, ਜਰਮਨੀ ਉੱਡ ਜਾਣਾ। ਉਹ ਇਦਾਂ ਦਾ ਇੱਕ ਖੌਫ ਦਾ ਕ੍ਰੀਏਟ ਕਰਨ ਦੀ, ਬਣਾਉਣ ਦੀ, ਇੱਕ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹਦੇ 'ਚ ਪਾਕਿਸਤਾਨੀ ਆਪਣਾ ਟਿੱਲ ਮਾਰ ਕੇ ਬੈਠੇ ਆ। ਹੁਣ ਗੋਰਾ ਵੀ ਇਹ ਵੀ ਸੋਚ ਕੇ ਬੈਠੇ ਕਿ ਯਾਰ ਅਗਰ ਇਮਰਾਨ ਖਾਨ ਨੂੰ ਬਾਹਰ ਲੈ ਆਂਦਾ ਤੇ ਇਹ ਨਾ ਹੋਵੇ ਕਿ ਸਾਡੇ ਗੱਲ ਪੈ ਜਾਏ, ਸਾਡੇ ਨਾਲ ਕੋਈ ਨਵਾਂ ਮੋੜਾ ਜਿਹੜਾ ਬਣ ਜਾਏ। ਹੁਣ ਸਾਨੂੰ ਪਾਕਿਸਤਾਨੀ ਨੂੰ ਇਸ ਕੰਮ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਇਹਦਾ ਜ਼ਿਕਰ ਮੋਹਿਤ ਪੀਰਜ਼ਾਦਾ ਨੇ ਵੀ ਆਪਣੇ ਬਲੌਗ 'ਚ ਕੀਤਾ ਕਿ ਸਾਨੂੰ ਕੁਝ ਕੰਮ ਕਰਨ ਦੀ ਜ਼ਰੂਰਤ ਹੈ, ਕੁਝ ਚੀਜ਼ਾਂ ਸਾਨੂੰ ਦੱਸਣ ਦੀ ਜ਼ਰੂਰਤ ਹੈ ਕਿ ਇਮਰਾਨ ਖਾਨ ਕੀ ਹੈ। ਇਮਰਾਨ ਖਾਨ ਨੂੰ ਬੜਾ ਮਿਸਪ੍ਰੈਜ਼ੈਂਟ ਕੀਤਾ ਗਿਆ ਇਹਨਾਂ ਸਾਡੀ ਹੁਕੂਮਤ। ਬਾਜਵੇ ਵਾਲਾ ਕੰਮ ਹੀ ਕੀਤਾ, ਬਾਜਵੇ ਨੇ ਵੀ ਇਹੀ ਕੀਤਾ ਸੀ। ਬਾਜਵੇ ਨੇ ਬਾਅਦ ਜਾ ਕੇ ਸਟੇਸ਼ਨ ਨੇ ਜੀ ਇਮਰਾਨ ਖਾਨ ਬਹੁਤ ਬੜਾ, ਇਮਰਾਨ ਖਾਨ ਬਹੁਤ ਮੁਨਾਸਿਬ ਮਾੜੇ। ਹੁਣ ਪ੍ਰੋਬਲਮ, ਹੁਣ ਬਾਹਰੋਂ ਜਿਹੜਾ ਮਸਲਾ ਹੈ ਬਣਨ ਡਿਆ, ਉਹਨਾਂ ਨੂੰ ਦੇਖੋ ਐਸਾ ਬੰਦਾ ਮਿਲ ਗਿਆ ਜਿਹੜਾ ਡਿੱਗੀ 'ਚ ਬਹਿ ਕੇ ਅੱਗੇ ਪਿੱਛੇ ਲਗਾ ਫਿਰਦਾ। ਫੌਜ ਨੂੰ ਵੀ ਪਸੰਦ ਹੈ, ਫੌਜ ਨੂੰ ਵੀ ਚਾਹੀਦਾ ਕਿ ਵਜ਼ੀਰ ਆਜ਼ਮ ਹੋਵੇ, ਲੇਕਿਨ ਫਿਰ ਡਿੱਗੀ ਦੇ ਵਿੱਚ ਜਿੱਥੇ ਦਿਲ ਕਰੇ ਲੰਮਾ ਪਾ ਲਿਆ, ਜਿੱਥੇ ਦਿਲ ਕਰੇ ਉਹਨੂੰ ਖਿਲਾਰ ਲਿਆ, ਜਿੱਥੇ ਦਿਲ ਕਰੇ ਉਹਨੂੰ ਬਿਠਾ ਦਿੱਤਾ। ਇਮਰਾਨ ਖਾਨ ਤਾਂ ਨਹੀਂ ਹੈਗਾ ਨਾ ਕਿ ਜਿਹਨੇ ਪਰਚੀ ਚੁੱਕ ਕੇ ਸਾਈਡ ਤੇ ਕਰ ਦੇਣੀ। ਉਹਨੇ ਕਹਿਣਾ ਜੀ ਮੈਂ ਤਕਰੀਰ ਆਪ ਕਰਾਂਗਾ, ਵਜ਼ੀਰ ਆਜ਼ਮ ਹੈ। ਔਰ ਗੱਲ ਵੀ ਠੀਕ ਹੈ, ਜਿਸ ਬੰਦੇ ਨੂੰ ਵੋਟ ਮਿਲੇ ਨੇ, ਜਿਹਨੂੰ ਕਰੋੜਾਂ ਲੋਕਾਂ ਨੇ ਵੋਟ ਦੇ ਕੇ ਬਣਾਇਆ, ਗੱਲ ਤਾਂ ਸੁਣੀ ਜਾਣੀ ਹੈ। ਹੁਣ ਇਹਨਾਂ ਦੇ ਪਿੱਛੇ ਜਿਹੜੇ ਬੰਦੇ ਵਰਦੀਆਂ ਵਾਲੇ ਬੈਠੇ ਹੁੰਦੇ, ਇਹਨਾਂ ਨੇ ਪਰਚੀ ਨਹੀਂ ਨਾ ਆ ਕੇ ਦੇਣੀ ਤੇ ਇਹ ਪਰਚੀ ਤੇ ਲਈ ਤੇ ਇਹ ਗੱਲ ਕਰ ਤੇ ਇਹ ਪਰਚੀ ਲਈ ਤੇ ਇਹ ਗੱਲ ਕਰ। ਉਹ ਤੇ ਫਿਰ ਲੱਕੜ ਦਾ ਬਾਂਦਰ ਬਣਾਉਣ ਦੇ ਚੱਕਰ 'ਚ ਨੇ ਵਜ਼ੀਰ ਆਜ਼ਮ। ਇਮਰਾਨ ਖਾਨ ਉਵੇਂ ਦਾ ਹੈ ਨਹੀਂ। ਲੇਕਿਨ ਇਮਰਾਨ ਖਾਨ ਕੀ ਹੈ? ਇਮਰਾਨ ਖਾਨ ਨੂੰ ਲੋਕਾਂ ਨੂੰ ਦੱਸਣ ਦੀ ਜ਼ਰੂਰਤ ਹੈ। ਪਿੰਡਾਂ ਥਾਵਾਂ 'ਤੇ ਵੀ ਲੋਕਾਂ ਨੂੰ ਪਤਾ ਹੋਣਾ ਜ਼ਰੂਰੀ ਚਾਹੀਦਾ। ਬਾਹਰ ਜਿਹੜੇ ਬੰਦੇ ਬੈਠੇ ਨੂੰ ਪਤਾ ਹੋਣਾ ਚਾਹੀਦਾ ਕਿ ਇਮਰਾਨ ਖਾਨ ਸਭ ਤੋਂ ਵੱਡਾ ਐਜੂਕੇਸ਼ਨਿਸਟ ਹੈ।
ਜਿਹੜਾ ਬੰਦਾ 8 ਸਾਲ ਬ੍ਰੈਡਫੋਰਡ ਯੂਨੀਵਰਸਿਟੀ ਦਾ ਚਾਂਸਲਰ ਰਿਹਾ, ਤੁਸੀਂ ਯਕੀਨ ਕਰੋ, ਮੈਂ ਇੱਕ ਦੋ ਗੋਰੇ ਨਾਲ ਗੱਲ ਕੀਤੀ, ਕਹਿੰਦੇ ਅੱਛਾ ਉਹਨਾਂ ਨੂੰ ਇੰਗਲੈਂਡ ਰਹਿ ਕੇ ਨਹੀਂ ਪਤਾ ਕਿ 8 ਸਾਲ ਉਹ ਬੰਦਾ 10 ਸਾਲ ਦੀ ਟਰਮ ਸੀ, 8 ਸਾਲ ਬਾਅਦ ਰਿਜ਼ਾਈਨ ਕਰਤਾ ਉਹਨਾਂ ਨੇ, ਕਹਿੰਦੇ ਅਸਤੀਫਾ ਦੇ ਦਿੱਤਾ, ਉਹਨਾਂ ਨੇ ਕਹਿੰਦੇ ਮੇਰੇ ਕੋਲ ਟਾਈਮ ਹੈ ਨਹੀਂ ਤੇ ਮੈਂ ਇੰਨੀ ਲੰਮੀ ਟਰਮ ਜਿਹੜੀ ਭੁਗਤਾ ਨਹੀਂ ਸਕਦਾ ਤੇ ਮੇਰੇ ਵੱਲੋਂ ਮਾਜ਼ਰਤ ਹੈ। ਤੇ ਉਹ ਜਿਹੜਾ ਹੈ ਸਾਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਇਮਰਾਨ ਖਾਨ ਤਾਲੀਮ ਦੇ ਐਜੂਕੇਸ਼ਨ ਤੇ ਕੰਮ ਕੀਤਾ, ਇਮਰਾਨ ਖਾਨ ਨੇ ਕੈਂਸਰ ਹਸਪਤਾਲ ਬਣਾਇਆ, ਇਮਰਾਨ ਖਾਨ ਨੇ ਗਰੀਬਾਂ ਦੇ, ਇਹਨੂੰ ਪਲੀਜ਼ ਇਹਨੂੰ ਅਸੀਂ ਚੁੱਕਣਾ। ਅੱਛਾ ਜੀ, ਇਹ ਤੇ ਇੱਕ ਚੀਜ਼ ਹੋ ਗਈ। ਇੱਕ ਹੋਰ ਚੀਜ਼ ਮੈਂ ਇੱਕ ਦੇਖੀ, ਬੜਾ ਅਜੀਬੋ-ਗਰੀਬ ਡਰਾਮਾ ਦੇਖਿਆ ਮੈਂ, ਇਹ ਹੁਣੀ ਮੈਂ ਟਵੀਟ ਦੇਖ ਰਿਹਾ ਥੋੜੀ ਦੇਰ ਪਹਿਲੇ, ਇਮਰਾਨ ਰਿਆਜ਼ ਦਾ ਟਵੀਟ ਦੇ ਵਿੱਚ ਉਹਨਾਂ ਦਿਖਾਇਆ ਜੀ ਕਿ ਬੀਬੀ ਨੇ ਕੋਈ ਕਾਰਡ ਬਣਾਇਆ। ਅੱਛਾ ਜੀ, ਇਹ ਜਿਹੜੀ ਖਤੂਨ ਹੈ ਨਾ ਸਰ, ਇਹ ਦੁਨੀਆ ਦੀ ਜ਼ਲੀਲ ਤਰੀਨ ਕਰਪਟ ਤਰੀਨ ਖਤੂਨ ਹੈ, ਇਹਦਾ ਨਾ ਕੋਈ ਸਿਰ ਨਾ ਕੋਈ ਪੈਰ ਹੈ। ਹੁਣ ਇਹਨਾਂ ਨੇ ਨਵਾਂ ਕੰਮ ਫੜ ਲਿਆ ਜੀ, ਬੰਦਾ ਸੁਣਿਆ ਜੀ ਉਹ ਫੜਿਆ ਗਿਆ WhatsApp ਵਾਲਾ, ਉਹਨੇ ਟਵੀਟ ਕਰ ਦਿੱਤਾ ਸੀ ਕਿ ਜੀ ਇਹਦੀ ਕੋਈ ਫੋਟੋ ਟਵੀਟ ਕਰਤੀ ਜਾਂ ਇਹਨੂੰ ਕੋਈ ਮਾੜਾ ਭੈੜਾ ਕਹਿਤਾ, ਉਹਨੂੰ ਕੋਈ ਚੰਗਾ ਮਾੜਾ ਕਹਿਤਾ ਇਹਨੂੰ ਮਰੀਮ ਨੂੰ, ਤੇ ਉੱਥੇ ਫੜ ਕੇ ਪਰਚਾ ਹੋ ਗਿਆ। ਯਾਨੀ ਤੁਸੀਂ ਅੰਦਾਜ਼ਾ ਕਰੋ। ਔਰ ਇਸ ਔਰਤ ਨੇ ਕੀ ਕੀਤਾ ਜੀ, ਆਪਣਾ ਫੋਟੋ ਲਵਾ ਲਈ ਨਾਲ ਨੁੱਕਰ ਤੇ, ਆਪਣੇ ਅੱਬੇ ਦੀ ਲਾਈ ਨਿੱਕੀ ਜੀ ਫੋਟੋ, ਆਪਣੀ ਵੱਡੀ ਸਾਈਜ਼ ਲਵਾ ਲਈ। ਮੈਂ ਇਸ ਔਰਤ ਨੂੰ ਜਿੰਨਾ ਕਿ ਮੈਨੂੰ ਸਮਝ ਲੱਗੀ ਹੈ ਨਾ, ਇਹਨੂੰ ਅਦਾਕਾਰਾ ਬਣਨ ਦਾ ਵੀ ਸ਼ੌਕ ਆ, ਇਹਨੂੰ ਪ੍ਰਾਈਮ ਮਿਨਿਸਟਰ ਬਣਨ ਦਾ ਵੀ ਸ਼ੌਕ ਆ, ਇਹਨੂੰ ਮਾਡਲ ਬਣਨ ਦਾ ਵੀ ਸ਼ੌਕ ਆ। ਇਹ ਸਾਰੇ ਜੇ ਸ਼ੌਕ ਇਕੱਠੇ ਕਰ ਲਓ ਨਾ, ਜਿੰਨੇ ਕਿ ਡਾਂਸ ਦਾ ਵੀ ਨਹੀਂ ਸ਼ੌਕ ਆ, ਗਾਣੇ ਦਾ ਵੀ ਨਹੀਂ ਸ਼ੌਕ ਆ, ਇਹਨੂੰ ਹਰ ਚੀਜ਼ ਦਾ ਸ਼ੌਕ ਆ, ਉਹ ਸਾਰੇ ਸ਼ੌਕ ਪੂਰੇ ਕਰ ਰਹੀ ਵਜ਼ੀਰ ਆਲਾ ਬਣ ਕੇ। ਤੁਸੀਂ ਅੰਦਾਜ਼ਾ ਕਰੋ ਕਿ ਇਸ ਕਿਸਮ ਦੀ ਖਤੂਨ ਕਿ ਰਹਿ ਰੱਬ ਦਾ ਨਾਮ, ਹੈਰਾਨਗੀ ਹੁੰਦੀ ਕਿ ਯਾਰ ਇਹਨਾਂ ਨੇ ਕੀ ਬੰਦਾ ਕਹੇ ਤੇ ਕੀ ਨਾ ਕਹੇ। ਯਾਨੀ ਹੁਣ ਮੇਰੇ ਤੋਂ ਪਤਾ ਨਹੀਂ ਪਰਚਾ ਹੋਣਾ ਕਿ ਨਹੀਂ ਹੋਣਾ, ਲੇਕਿਨ ਇਹ ਹੈ ਕਿ ਪਰਚੇ ਜਿਹੜੇ ਨਾ ਗਰੀਬਾਂ ਦੇ ਬਾਲ ਫੜ ਕੇ ਅੰਦਰ ਕਰੀ ਜਾਂਦੇ ਨੇ ਕਿ ਜੀ ਮਰੀ ਨੰਜ ਨਹੀਂ ਕਰਾਂ। ਉਹ ਰੇਹੜੀਆਂ ਵਾਲੇ ਸੁਣ ਲਓ, ਰੇਹੜੀਆਂ ਵਾਲੇ ਸਰ ਜੀ, ਰੇਹੜੀਆਂ ਵਾਲੇ ਕਿਤੇ ਫੋਟੋ ਨਹੀਂ ਲਾਈ, ਉਹ 10,000 ਰੁਪਏ ਜੁਰਮਾਨਾ ਕਰਦਾ, ਤੂੰ ਮਰੀਮ ਦੀ ਫੋਟੋ ਕਿਉਂ ਨਹੀਂ ਲਾਈ? ਮਰੀਮ ਰੇਹੜੀ ਦੀ ਫੁੱਫੇ ਦੀ ਕੁੜੀ ਹੈ, ਉਹ ਰਿਸ਼ਤੇਦਾਰ ਉਹਨਾਂ ਦੀ। ਯਾਨੀ ਇਸ ਲੈਵਲ ਤੇ ਜਾ ਕੇ ਬਗੈਰਤੀ ਦੀ ਇੰਤਹਾ ਕੀਤੀ ਜਾ ਰਹੀ ਹੈ। ਅੱਛਾ, ਇੱਕ ਹੋਰ ਬੜੀ ਖਬਰ ਹੈ ਜੀ, ਬੜੀ ਵੱਡੀ ਖਬਰ ਹੈ। ਅਮਰੀਕਾ ਨੇ ਬੰਦ ਕਰਤਾ $300 ਮਿਲੀਅਨ ਪਾਕਿਸਤਾਨ ਦੀ ਇਮਦਾਦ ਬੰਦ ਕੀਤੀ 6 ਮਹੀਨੇ ਵਾਸਤੇ, ਸਭ ਦੀ ਇਮਦਾਦ ਬੰਦ ਕਰਤੀ। ਇਹ ਬੜੀ ਜ਼ਬਰਦਸਤ ਚੀਜ਼ ਹੈ, ਇਹ ਸਭ ਦੀ ਇਮਦਾਦ ਬੰਦ ਕਰਤੀ ਉਹਨਾਂ ਨੇ ਬੰਦ ਕਰਕੇ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਬੰਦੇ ਦਾ ਹਿਸਾਬ ਲਾਵਾਂਗੇ ਕਿ ਜਿਹੜੇ ਨੂੰ ਪੈਸੇ ਦਿੰਨੇ ਆ, ਪੈਸੇ ਕਿੱਥੇ ਖਰਚ ਹੋ ਰਹੇ, ਪੈਸੇ ਦੇਣੇ ਵੀ ਆ ਕਿ ਨਹੀਂ ਦੇਣੇ। ਪਾਕਿਸਤਾਨ ਹੁਣ ਉਹਨਾਂ ਮੁਲਕਾਂ ਵਿੱਚ ਆ ਗਿਆ ਜਿਹਦੇ ਪੈਸੇ ਹੋ ਗਏ ਨੇ ਬੰਦ ਅਗਲੇ 3 ਮਹੀਨੇ ਵਾਸਤੇ। ਇਹਨਾਂ ਨੇ ਕਿਵੇਂ ਗੁਜ਼ਾਰਾ ਕਰਨਾ ਹੈ, ਕਿਵੇਂ ਰੋਟੀ ਖਾਣੀ ਹੈ, ਕਿਵੇਂ ਵਰਦੀਆਂ ਇਸਤਰੀ ਕਰਾਉਣੀਆਂ ਨੇ, ਮਾਇਆ ਕਿੱਥੋਂ ਲਵਾਉਣੀ ਆਪਣੀ ਯੂਨੀਫਾਰਮ ਨੂੰ, ਇਹ ਸਾਨੂੰ ਨਹੀਂ ਪਤਾ। ਇਹ ਮਾਇਆ ਆਪ ਬਣਾਉਣਗੇ, ਕਿਸ ਤਰ੍ਹਾਂ ਕਰਨਗੇ, ਇਹ ਰੱਬ ਜਾਣਦਾ। ਲੇਕਿਨ ਉਹਨਾਂ ਨੇ ਪੈਸਿਆਂ ਦੇ ਬੰਦ ਕਰ ਦੇਣਾ। ਉਹਨਾਂ ਨੇ ਕਿਹਾ ਜੀ ਕਿ ਨਹੀਂ, ਤੁਹਾਨੂੰ 3 ਮਹੀਨੇ ਵਾਸਤੇ ਪੈਸੇ ਬਣ, ਹੁਣ ਅਸੀਂ ਹਿਸਾਬ ਲਾਵਾਂਗੇ, ਦੇਖਾਂਗੇ ਤੁਹਾਡੇ ਬਣਦੇ ਵੀ ਆ ਕਿ ਨਹੀਂ ਬਣਦੇ, ਤੁਸੀਂ ਬਗੈਰਤੀ ਤੋਂ ਹਟਦੇ ਵੀ ਆ ਕਿ ਨਹੀਂ ਹਟਦੇ। ਹੁਣ ਐਸੀ ਸੂਰਤ ਹਾਲ ਦੇ ਵਿੱਚ ਪਾਕਿਸਤਾਨੀਆਂ ਦਾ ਕੰਮ ਹੋਰ ਵੱਧ ਜਾਂਦਾ, ਓਵਰਸੀਜ਼ ਦਾ ਹੋਰ ਕੰਮ ਵੱਧ ਜਾਂਦਾ ਕਿ ਇਹਨੂੰ ਜਾ ਕੇ ਦੱਸੋ ਕਿ ਜਿਹੜਾ ਪੈਸਾ ਤੁਸੀਂ ਦਿੰਦੇ ਹੋ ਸਾਨੂੰ ਗੋਲੀਆਂ ਦੇ ਖਰੀਦ ਬੰਦੇ ਨੂੰ ਮਾਰਦੇ, ਬਗੈਰਤੀ ਉਤਰੇ ਨੇ। ਪਰ ਇਹ ਦੇਖਦੇ ਆ ਜੇ ਕਿਸ ਪਾਸੇ ਜਾਂਦਾ, ਪਾਕਿਸਤਾਨ ਨੂੰ ਪੈਸੇ ਖੋਲਦੇ ਨਹੀਂ ਖੋਲਦੇ, ਪਾਕਿਸਤਾਨ ਦੀ ਪਾਬੰਦੀ ਲੱਗੀ ਰਹਿੰਦੀ ਨਹੀਂ ਲੱਗੀ ਰਹਿੰਦੀ। ਲੇਕਿਨ ਇਹ ਖਬਰਾਂ ਕੋਈ ਚੰਗੀਆਂ ਨਹੀਂ ਹੈਗੀਆਂ ਇਹਨਾਂ ਵਾਸਤੇ। ਸਾਨੂੰ ਹੁਣ ਪਾਕਿਸਤਾਨ ਦੀ ਕੌਮ ਨੂੰ ਇਸ ਵਕਤ ਉੱਠਣ ਦੀ ਜ਼ਰੂਰਤ ਹੈ। ਇੰਨਾ ਬਾਹਰੋਂ ਪ੍ਰੈਸ਼ਰ ਬਣ ਗਿਆ, ਇੰਨਾ ਰੌਲਾ ਬਣ ਗਿਆ, ਮੌਸਮ ਨਕਵੀ ਥਾਂ ਜ਼ਲੀਲ ਹੋਇਆ। ਉਹ ਕਿਸੇ ਬੰਦੇ ਨੂੰ ਮਿਲਿਆ ਤੇ ਉਹ ਬੰਦੇ ਨੇ ਉਹਨੂੰ ਮੁਲਾਕਾਤ ਕੀਤੀ, ਗੋਰੇ ਨੇ ਠੀਕ ਠਾਕ ਗੱਪਸ਼ਪ ਲਾਈ, ਮੁੜ ਕੇ ਬਾਹਰ ਜਾ ਕੇ ਫਰੀ ਇਮਰਾਨ ਖਾਨ ਨੂੰ ਛੱਡੋ ਦੀ ਉਹਨੇ ਫੜ ਕੇ ਟਵੀਟ ਕਰ ਦਿੱਤੀ। ਉਹਨੇ ਕਿਹਾ ਜੀ ਇਮਰਾਨ ਖਾਨ ਛੱਡੋ। ਤਾਂ ਇਹ ਤੇ ਇਹਨਾਂ ਦੇ ਹਾਲਾਤ ਬਣੇ ਨੇ। ਐਸੇ ਮੌਕੇ ਦੇ ਵਿੱਚ ਤੁਹਾਡਾ ਲੋਕਾਂ ਦਾ ਬਾਹਰ ਨਿਕਲਣਾ ਬੜਾ ਜ਼ਰੂਰੀ ਹੈ ਸਰ। ਹੁਣ ਤੁਸੀਂ ਅਗਰ ਨਾ ਨਿਕਲੇ, ਇਹ ਤੁਹਾਡਾ 8 ਤਰੀਕ ਨੂੰ ਸਭ ਨੇ ਸਾਰੇ ਲੋਕ ਸੜਕਾਂ ਤੇ, ਉਹ ਆਪਣੇ ਪਿੰਡਾਂ ਥਾਵਾਂ ਜਾਂ ਟਰਾਲੀਆਂ ਲਾ ਲਓ, ਕਿੱਲ ਸੁੱਟ ਦਿਓ ਸੜਕਾਂ ਤੇ, ਕੁਛ ਕਰ ਲਓ, ਕੁਛ ਐਸਾ ਕਰ ਲਓ ਕਿ ਇਹ ਬਿਲਕੁਲ ਇਹ ਹੁਣ ਕੁਛ ਨਹੀਂ ਕਰਨ ਜੋਗੇ, ਬਿਲਕੁਲ ਮੁੱਕੇ ਨੇ। ਮੈਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਖਤਮ ਹੋਏ ਨੇ। ਔਰ ਸਾਡੀ ਜਿਹੜੀ ਲੀਡਰਸ਼ਿਪ ਪਾਕਿਸਤਾਨ 'ਚ ਬੈਠੀ ਹੈ ਨਾ, ਆਪਣੇ ਕਿੱਤੇ ਕਿਰਾਏ ਤੇ ਪਾਣੀ ਪਾਉਣ ਲਈ ਹੈ ਵੀ ਤੁਸੀਂ ਅਲੀ ਅਮੀਨ ਗੰਡਾਪੁਰ ਸਾਹਿਬ ਦੇ ਵਾਲ ਕਟਵਾ ਲਏ, ਜੁੱਤੀਆਂ ਖਾ ਲਈਆਂ, ਤੁਹਾਨੂੰ ਉਹਨਾਂ ਨੇ ਰੱਸੀਆਂ ਨਾਲ ਬੰਨ੍ਹ ਦਿੱਤਾ, ਤੁਹਾਨੂੰ ਹੱਥ ਪੈਰ ਉੱਤੇ ਬੰਨੇ, ਤੁਸੀਂ ਸਾਰਾ ਕੁਝ ਕਰਾ ਕੇ ਇੱਥੇ ਹੁਣ ਦਲੀਲ ਹੋਣਾ। ਔਰ KPK ਦੀ MPA ਦੇਖ ਲਓ, MNA ਦੇਖ ਲਓ, ਸਾਰਾ ਤੁਸੀਂ ਮਾਰ ਤੁਸੀਂ ਖਾ ਲਈ, ਜੁੱਤੀਆਂ ਤੁਸੀਂ ਖਾ ਲਈਆਂ, ਧੀ ਪੁੱਤਰ ਤੁਸੀਂ ਕਾਰੋਬਾਰ ਆਪਣੇ ਬਰਬਾਦ ਕਰਾ ਲਏ। ਹੁਣ ਤੁਸੀਂ ਆ ਕੇ ਸਲੋ ਹੁੰਦੇ, ਹੁਣ ਤੇ ਬਿਲਕੁਲ ਨੁਕਰੇ ਲੱਗੇ ਸਰ, ਹੁਣ ਤੇ ਬਿਲਕੁਲ ਮੁੱਕੇ ਨੇ। ਸੋ ਪਲੀਜ਼ ਵੀ ਹੈਵ ਟੂ ਗੈਟ ਅਪ ਨਾਓ ਐਂਡ अल्लाह ताला बेहतर करेगा। अपना बहुत ख्याल रखें जी। अल्लाह हाफिज।